ਹਾਈ ਫਰੈਂਡਸ, ਆਈ ਵੈਲਕਮ ਯੂ ਆਲ ਐਟ ਗਿਲਸ ਮੈਂਟੋਰ ਆਨਲਾਈਨ ਈ-ਲਰਨਿੰਗ ਚੈਨਲ। ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਗਿਲਸ ਮੈਂਟੋਰ ਦੇ ਚੈਨਲ ਦੇ ਉੱਤੇ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਸਾਡਾ PSPCL ਦਾ ਕ੍ਰੈਸ਼ ਕੋਰਸ ਚੱਲ ਰਿਹਾ ਹੈ, ਜਿਸ ਵਿੱਚ ਅਸੀਂ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਐਗਜ਼ਾਮ ਤੋਂ ਪਹਿਲੇ ਤੁਹਾਡਾ ਹਰ ਟੌਪਿਕ ਤੇ ਵਿਦ ਰਿਵੀਜ਼ਨ ਕੀ ਹੈ ਤੁਹਾਡੀ ਕੀ ਕਵਰ ਕਰਾ ਦਿੱਤੀ ਜਾਵੇ। ਤੁਸੀਂ ਕੀ ਇਸ ਸੀਰੀਜ਼ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਹੈ ਤੇ ਸ਼ੇਅਰ ਕਰਨਾ ਹੈ, ਤਾਂ ਕਿ ਹਰ ਬੱਚੇ ਤੱਕ ਇਹ ਸੀਰੀਜ਼ ਪਹੁੰਚ ਸਕੇ ਤੇ ਉਹ ਬੱਚੇ ਕੀ ਆਪਣੀ PSPCL ਦੀ ਤਿਆਰੀ ਵਧੀਆ ਤਰ੍ਹਾਂ ਕਰ ਸਕਣ। ਤੁਹਾਨੂੰ ਸਭ ਨੂੰ ਪਤਾ ਹੈ PSPCL ਦੇ ਫਾਰਮ ਕਿ ਦੁਬਾਰਾ ਤੋਂ ਓਪਨ ਹੋਏ ਨੇ, ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਜੇ ਉਹ ਦੋਸਤਾਂ ਤੱਕ ਤੁਸੀਂ ਮੈਸੇਜ ਪਹੁੰਚਾ ਦਿਓ ਜਿਨ੍ਹਾਂ ਨੇ PSPCL ਦਾ ਫਾਰਮ ਭਰਨਾ ਸੀ ਤੇ ਪਿਛਲੀ ਵਾਰੀ ਨਹੀਂ ਭਰ ਸਕੇ, ਉਹਨਾਂ ਨੂੰ ਕੀ ਦੁਬਾਰਾ ਚਾਂਸ ਮਿਲਿਆ ਵਾ। ਇਹੋ ਜਿਹੇ ਚਾਂਸ ਘੱਟ ਮਿਲਦੇ ਨੇ, ਇਸ ਲਈ ਕੀ ਹੈ ਵੱਧ ਤੋਂ ਵੱਧ ਕੀ ਹੈ ਇਸ ਇਨਫੋਰਮੇਸ਼ਨ ਨੂੰ ਤੁਸੀਂ ਕੀ ਹੈ ਸ਼ੇਅਰ ਕਰੋ ਕਿ PSPCL ਦਾ ਫਾਰਮ ਦੁਬਾਰਾ ਓਪਨ ਹੋ ਚੁੱਕੇ ਹੋਏ ਨੇ। ਜੇ ਤੁਸੀਂ ਲੈਕਚਰਸ ਦੀ ਫ੍ਰੀ PDF ਨੋਟਸ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰੋ ਜਾਂ WhatsApp ਗਰੁੱਪ ਨੂੰ, ਜਿਹਦਾ ਲਿੰਕ ਹੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਨਵੇਂ ਲੈਕਚਰ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਮਿਲੇ। ਅੱਜ ਆਪਾਂ ਬਹੁਤ ਟਾਈਮ ਦੇ ਬਾਅਦ ਮਿਲ ਰਹੇ ਹੈਗੇ ਵਾ, ਦੀਵਾਲੀ ਤੋਂ ਬਾਅਦ ਆਪਾਂ ਅਰਾਊਂਡ 4 to 5 ਡੇਜ਼ ਹੋ ਗਏ ਨੇ ਆਪਾਂ ਕੀ ਹੈ ਅੱਜ ਇਹ ਆਪਣਾ ਲੈਕਚਰ ਹੋਇਆ ਹੈਗਾ ਵੈ। ਠੀਕ ਹੈ, ਲੈਕਚਰ ਨੂੰ ਇਸ ਲਈ ਸ਼ੇਅਰ ਕਰ ਦਿਓ ਤਾਂ ਕਿ ਜਿਨ ਬੱਚਿਆਂ ਨੂੰ ਨਹੀਂ ਪਤਾ ਕਿ ਅੱਜ ਕੀ ਲੈਕਚਰ ਹੋਣਾ ਸੀ ਜਾਂ ਉਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਪਹੁੰਚੀ, ਉਹਨਾਂ ਨੂੰ ਕੀ ਹੈ ਪਤਾ ਲੱਗ ਜੇ ਕਿ ਅੱਜ ਕੀ ਆਪਣਾ ਲੈਕਚਰ ਸਟਾਰਟ ਹੋ ਚੁੱਕਾ ਹੈ। ਤੇ ਮੈਂ ਉਮੀਦ ਕਰਦੀ ਸਾਰਿਆਂ ਦੀ ਦੀਵਾਲੀ ਵਧੀਆ ਗਈ ਹੋਏਗੀ, ਤੁਸੀਂ ਕਰੈਕਰ ਫ੍ਰੀ ਦੀਵਾਲੀ ਕੀਤੀ ਹੋਏਗੀ, ਨੋ ਕਰੈਕਰ ਕੀਤੀ ਹੋਏਗੀ, ਤਾਂ ਕਿ ਪੋਲਿਊਸ਼ਨ ਦੀ ਕੀ ਹੈ ਪੋਲਿਊਸ਼ਨ ਨਾ ਹੋ ਸਕੇ। ਠੀਕ ਹੈ, ਤੁਹਾਨੂੰ ਪਤਾ ਕਰੈਕਰਸ ਨਾਲ ਬਹੁਤ ਪੋਲਿਊਸ਼ਨ ਹੁੰਦਾ ਜੋ ਕਿ ਸਾਡੇ ਇਨਵਾਇਰਮੈਂਟ 'ਤੇ ਵੀ ਬਹੁਤ ਇਫੈਕਟ ਜਾਂਦਾ ਵਾ। ਠੀਕ ਹੈ, ਕੁਝ ਕੰਟਰੀਬਿਊਟ ਇਹੋ ਜਿਹੀ ਛੋਟੀ ਛੋਟੀ ਚੀਜ਼ਾਂ ਕੀ ਕੰਟਰੀਬਿਊਟ ਕਰਿਆ ਕਰੋ ਤਾਂ ਕਿ ਸਾਡੇ ਇਨਵਾਇਰਮੈਂਟ 'ਤੇ ਪੋਜ਼ੀਟਿਵ ਇਫੈਕਟ ਪਵੇ, ਨਾ ਕਿ ਨੈਗੇਟਿਵ ਇਫੈਕਟ ਪਵੇ। ਅੱਜ ਆਪਾਂ ਕੀ ਕਰਨ ਜਾ ਰਹੇ ਹਾਂ, ਇੰਗਲਿਸ਼ ਦਾ 10th ਲੈਕਚਰ। ਠੀਕ ਹੈ, ਮੈਂ ਉਮੀਦ ਕਰਦੀ ਤੁਸੀਂ ਪਹਿਲੇ 9 ਲੈਕਚਰਸ ਦੇਖੇ ਹੋਣਗੇ ਅਤੇ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਡਿਫਰੈਂਟ ਟੌਪਿਕ ਡਿਸਕਸ ਕਰ ਚੁੱਕੇ ਹਾਂ, ਜਿੱਦਾਂ ਕਿ ਨਾਊਨਸ, ਪ੍ਰੋਨਾਊਨਸ, ਸਬਜੈਕਟ ਵਰਬ ਐਗਰੀਮੈਂਟ, ਅਤੇ ਉਸ ਤੋਂ ਇਲਾਵਾ ਕੀ ਆਪਾਂ ਐਡਜੈਕਟਿਵਸ ਡਿਸਕਸ ਕੀਤੇ ਸੀ। ਅੱਜ ਆਪਾਂ ਡਿਸਕਸ ਕਰਨ ਜਾ ਰਹੇ ਪ੍ਰੈਪੋਜੀਸ਼ਨਸ। ਐਡਜੈਕਟਿਵਸ ਦੇ ਕੁਝ ਰੂਲ ਰਹਿੰਦੇ ਨੇ, ਉਹ ਮੈਂ ਤੁਹਾਨੂੰ ਕਿ ਨੈਕਸਟ ਆਉਣ ਵਾਲੇ ਦਿਨਾਂ ਵਿੱਚ ਟੌਪਿਕ ਵਿੱਚ ਕਰਾ ਦੇਵਾਂਗੀ। ਠੀਕ ਹੈ, ਅੱਜ ਆਪਾਂ ਕੀ ਸਟਾਰਟ ਕਰਨ ਜਾ ਰਹੇ ਹਾਂ, ਪ੍ਰੈਪੋਜੀਸ਼ਨ। ਮੈਂ ਅੱਜ ਐਡਜੈਕਟਿਵਸ ਕਿਉਂ ਨਹੀਂ ਚੱਕੇ, ਪਹਿਲੇ ਤੁਸੀਂ ਬੱਚੇ 9th ਲੈਕਚਰ ਦੇਖ ਲੈਣਾ, ਬਹੁਤ ਘੱਟ ਬੱਚਿਆਂ ਨੇ ਦੇਖਿਆ ਹੋਇਆ ਉਹ ਲੈਕਚਰ ਨੂੰ ਦੇਖਣਾ। ਉਸ ਤੋਂ ਬਾਅਦ ਕੀ ਹੈ ਜਦੋਂ ਲੈਕਚਰ ਕਾਫੀ ਬੱਚੇ ਦੇਖ ਲੈਣਗੇ, ਉਸ ਤੋਂ ਬਾਅਦ ਕੀ ਹੈ ਆਪਾਂ ਐਡਜੈਕਟਿਵਸ ਦੇ ਜਿਹੜੇ ਕੁਝ ਰੂਲਸ ਰਹਿ ਗਏ ਨੇ ਉਹਨਾਂ ਨੂੰ ਕੀ ਡਿਸਕਸ ਕਰਾਂਗੇ। ਠੀਕ ਹੈ, ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਪ੍ਰੈਪੋਜੀਸ਼ਨਸ। ਬਹੁਤ ਧਿਆਨ ਨਾਲ ਸਮਝਣਾ, ਬਹੁਤ ਕਿਉਂਕਿ ਕੀ ਪ੍ਰੈਪੋਜੀਸ਼ਨਸ ਵਿੱਚ ਕੀ ਬਹੁਤ ਸਾਰੇ ਰੂਲਸ ਹੁੰਦੇ ਨੇ, ਬਹੁਤ ਜ਼ਿਆਦਾ ਪ੍ਰੈਪੋਜੀਸ਼ਨਸ ਹੁੰਦੀਆਂ ਨੇ, ਡਿਫਰੈਂਸਿਸ ਹੁੰਦੀਆਂ ਨੇ ਦੋ ਚੀਜ਼ਾਂ ਦੇ ਵਿੱਚ, ਉਹ ਤੁਹਾਡੇ ਮਾਈਂਡ ਵਿੱਚ ਰਹਿਣਗੇ। ਤੁਹਾਨੂੰ ਖੁਦ ਬ ਖੁਦ ਐਰਰ ਸਪੋਰਟਿੰਗ ਵਿੱਚ, ਫਿਲ ਇਨ ਦ ਬਲੈਂਕਸ ਵਿੱਚ ਕੀ ਐਗਜ਼ਾਮ ਵਿੱਚ ਹੈਲਪ ਰਹੇਗੀ। ਅੱਜ ਦੇ ਪਹਿਲੇ ਕੁਐਸਚਨ ਨਾਲ ਸਟਾਰਟ ਕਰਦੇ ਹਾਂ। ਉੱਦਾਂ ਹੀ ਪਹਿਲੇ ਮੈਂ ਕੁਐਸਚਨ ਪੜਾਂਗੀ, ਫਿਰ ਤੁਹਾਨੂੰ ਰੂਲ ਕਰਾਵਾਂਗੀ, ਫਿਰ ਤੁਹਾਨੂੰ ਕੀ ਆਨਸਰ ਦੱਸ ਦੇਵਾਂਗੀ ਮੈਂ। ਠੀਕ ਹੈ, ਪਹਿਲਾ ਕੁਐਸਚਨ ਕੀ ਹੈ, ਦੇ ਵਾਕਡ ਬਿਸਾਈਡਸ ਈਚ ਅਦਰ ਇਨ ਕੰਪਲੀਟ ਸਾਇਲੈਂਸ। ਫਿਫਥ ਆਪਸ਼ਨ ਨੋ ਐਰਰ। ਦੇ ਵਾਕਡ, ਉਹ ਸਭ ਕੀ ਇੱਕ ਬਿਸਾਈਡਸ ਈਚ ਅਦਰ ਉਹ ਤੁਰ ਰਹੇ ਸੀ ਕੰਪਲੀਟ ਸਾਇਲੈਂਸ ਦੇ ਵਿੱਚ। ਹੁਣ ਇੱਥੇ ਕੀ ਐਰਰ ਹੈ, ਰੂਲ ਨੂੰ ਡਿਸਕਸ ਕਰਦੇ ਹਾਂ। ਠੀਕ ਹੈ, ਇਹਨਾਂ ਨੇ ਕੀ ਕਿਹਾ ਹੈ, ਬਿਸਾਈਡਸ ਨੂੰ ਬਿਸਾਈਡ ਨਾਲ ਰਿਪਲੇਸ ਕਰ ਦਿਓ। ਕਿਉਂ? ਬਿਸਾਈਡਸ ਅਤੇ ਬਿਸਾਈਡ ਦਾ ਮਤਲਬ ਕੀ ਹੁੰਦਾ, ਬਿਲਕੁਲ ਡਿਫਰੈਂਟ ਮੀਨਿੰਗ ਹੁੰਦਾ। ਬਿਸਾਈਡ ਜਿਹੜਾ ਬਿਸਾਈਡਸ ਹੈ ਉਹ ਪਲੂਰਲ ਫਾਰਮ ਨਹੀਂ ਹੈਗੀ ਬਿਸਾਈਡ ਦੀ। ਠੀਕ ਹੈ, ਫਰਕ ਕੀ ਹੈ, ਮੀਨਿੰਗ ਕੀ ਹੈ, ਬਿਸਾਈਡ ਦਾ ਮੀਨਿੰਗ ਕੀ ਹੈ, ਬਾਏ ਦ ਸਾਈਡ ਆਫ। ਮਤਲਬ ਜਿਵੇਂ ਇੱਥੇ ਮੈਂ ਖੜੀ ਹਾਂ, ਇੱਥੇ ਮੇਰੇ ਨਾਲ ਮੇਰੀ ਕੋਈ ਫਰੈਂਡ ਜਾਂ ਕੁਲੀਗ ਕਰੀਏ, ਬਾਏ ਦ ਸਾਈਡ ਆਫ, ਮੇਰੇ ਨਾਲ ਖੜਨਾ। ਬਿਸਾਈਡਸ ਮਤਲਬ ਕੀ ਹੁੰਦਾ, ਇਨ ਐਡੀਸ਼ਨ ਟੂ। ਇਹ ਕੀ ਹੈ, 1 ਕਿਲੋ ਚਾਵਲ ਹੈ, ਇਹਦੇ ਤੋਂ ਇਲਾਵਾ ਕੀ ਹੈ 2 ਕਿਲੋ ਚਾਵਲ ਹੋਰ ਪਾ ਦੇਵੋ, ਇਨ ਐਡੀਸ਼ਨ ਟੂ। ਇਹ ਦੋਨੋਂ ਕੀ ਹੈ ਡਿਫਰੈਂਟ ਮੀਨਿੰਗ ਹੈ ਬਿਸਾਈਡ ਅਤੇ ਬਿਸਾਈਡਸ ਦੇ। ਅਤੇ ਹੁਣ ਇੱਥੇ ਆਪਣੀ ਸਟੇਟਮੈਂਟ ਦੇ ਅਕੋਰਡਿੰਗ ਕਰੈਕਟ ਆਪਸ਼ਨ ਕੀ ਹੋਣਾ ਚਾਹੀਦਾ ਹੈ, ਬਿਸਾਈਡਸ ਆਉਣਾ ਚਾਹੀਦਾ ਕਿ ਬਿਸਾਈਡ ਆਉਣਾ ਚਾਹੀਦਾ ਹੈ। ਦੇ ਵਾਕਡ ਬਿਸਾਈਡਸ ਈਚ ਅਦਰ ਇਨ ਕੰਪਲੀਟ ਸਾਇਲੈਂਸ। ਬਿਸਾਈਡਸ ਤੁਰ ਰਹੇ ਨੇ, ਇਨ ਐਡੀਸ਼ਨ ਟੂ ਨਹੀਂ, ਬਿਸਾਈਡ ਈਚ ਅਦਰ। ਜਦੋਂ ਤੁਰ ਰਹੇ ਨੇ ਮਤਲਬ ਆਪਸ ਇਕੱਠੇ ਤੁਰਦੇ ਪਏ ਨੇ, ਬਿਸਾਈਡ ਈਚ ਅਦਰ। ਠੀਕ ਹੈ, ਤਾਂ ਆਪਣਾ ਆਪਸ਼ਨ ਬੀ ਕੀ ਹੋ ਜਾਊਗਾ, ਕਰੈਕਟ ਆਪਸ਼ਨ ਹੋ ਜਾਊਗਾ। ਕਿਉਂ? ਕਿਉਂਕਿ ਸੈਕਿੰਡ ਸੈਂਟੈਂਸ ਦੇ ਵਿੱਚ ਕੀ ਐਰਰ ਹੈ। ਇਹ ਆਪਣਾ ਕੀ ਹੁੰਦਾ, ਫਸਟ ਸੈਂਟੈਂਸ ਜਿੱਥੇ 1 ਅੱਗੇ ਲਿਖਿਆ ਹੋਇਆ ਵਾ, ਸੈਕਿੰਡ ਸੈਂਟੈਂਸ ਵਿੱਚ ਕੀ ਆਪਣੀ ਐਰਰ ਹੈ। ਸੋ ਆਪਸ਼ਨ ਬੀ ਕੀ ਹੋ ਗਿਆ, ਆਪਣਾ ਕਰੈਕਟ ਆਪਸ਼ਨ ਹੋ ਗਿਆ। ਅੱਗੇ ਵਧਦੇ ਹਾਂ, ਸਮਝ ਲੱਗ ਗਿਆ ਇੱਕ ਪ੍ਰੈਪੋਜੀਸ਼ਨ ਬਿਸਾਈਡ ਅਤੇ ਬਿਸਾਈਡਸ ਦਾ ਮੀਨਿੰਗ ਸਮਝ ਲੱਗ ਗਿਆ। ਅੱਗੇ ਵਧੀਏ ਥਰਡ ਦੇ ਨਾਲ, ਸੈਕਿੰਡ ਕੁਐਸਚਨ ਨਾਲ। ਪ੍ਰੈਪੋਜੀਸ਼ਨਸ ਨੂੰ ਆਪਾਂ ਇੱਦਾਂ ਹੀ ਕਰਨਾ ਵਾ। ਹੁਣ ਦੋ ਦਾ ਡਿਫਰੈਂਸ ਸਮਝ ਲੱਗ ਗਿਆ ਨਾ। ਨੈਕਸਟ ਸੈਕਿੰਡ ਕੁਐਸਚਨ, ਨਨ ਕੁਡ ਡੇਅਰ ਟੂ ਐਨਰੋਚ ਔਨ ਹਿਜ਼ ਰਾਈਟਸ। ਕਿਸੇ ਕੋਲੋਂ ਹਿੰਮਤ ਨਹੀਂ ਹੋਈ ਆਪਣੇ ਰਾਈਟਸ ਦੇ ਬਾਰੇ ਲੜਨ ਦੀ। ਠੀਕ ਹੈ, ਐਨਰੋਚ ਕਰਨ ਦੀ। ਠੀਕ ਹੈ, ਨਨ ਕੁਡ ਡੇਅਰ ਟੂ ਐਨਰੋਚ ਔਨ ਹਿਜ਼ ਰਾਈਟਸ।
ਹੁਣ ਇੱਥੇ ਕੀ ਆਪਸ਼ਨ ਕੀ ਹੋਣਾ ਚਾਹੀਦਾ ਸੀ? ਔਨ ਦੀ ਜਗ੍ਹਾ ਕੀ ਹੋਣਾ ਚਾਹੀਦਾ ਸੀ? ਅਪੋਨ ਹੋਣਾ ਚਾਹੀਦਾ ਸੀ। ਕਿਉਂ? ਕਿਉਂਕਿ ਇੱਕ ਐਨਰੋਚ ਕੀ ਹੈ? ਵਰਬ ਹੈ, ਅਤੇ ਉਹ ਹਮੇਸ਼ਾ ਆਪਣੇ ਨਾਲ ਕੀ ਵਰਡ ਲੈਂਦਾ ਵਾ? ਅਪੋਨ ਲੈਂਦਾ ਵਾ। ਐਨਰੋਚ ਇੱਕ ਵਰਬ ਹੈ ਅਤੇ ਉਹ ਆਪਣੇ ਨਾਲ ਹਮੇਸ਼ਾ ਅਪੋਨ ਪ੍ਰੈਪੋਜੀਸ਼ਨ ਲੈਂਦਾ ਹੈ, ਨਾ ਕਿ ਔਨ ਪ੍ਰੈਪੋਜੀਸ਼ਨ ਲੈਂਦਾ ਹੈ। ਔਨ ਅਤੇ ਅਪੋਨ ਦੇ ਵਿੱਚ ਕੀ ਫ਼ਰਕ ਹੁੰਦਾ ਹੈ? ਔਨ ਅਤੇ ਅਪੋਨ ਦੇ ਵਿੱਚ ਫ਼ਰਕ ਕੀ ਹੁੰਦਾ ਹੈ? ਦੇਖੋ, ਔਨ ਯੂਜ਼ ਕੀਤਾ ਜਾਂਦਾ ਹੈਗਾ ਵਾ ਫਿਜ਼ੀਕਲ ਕੰਟੈਕਟ ਲਈ, ਜਿੱਥੇ ਕੀ ਹੈ ਇੱਕ ਕੋਈ ਫਿਜ਼ੀਕਲ ਕੰਟੈਕਟ ਹੁੰਦਾ ਹੋਵੇ। ਔਨ ਕਿੱਥੇ ਯੂਜ਼ ਕੀਤਾ ਜਾਂਦਾ? ਜਿੱਥੇ ਕੋਈ ਕੀ ਹੈ ਫਿਜ਼ੀਕਲ ਕੰਟੈਕਟ ਹੁੰਦਾ ਹੋਵੇ। ਅਪੋਨ ਕਿੱਥੇ ਯੂਜ਼ ਕੀਤਾ ਜਾਂਦਾ? ਮੋਸ਼ਨ ਲਈ। ਕਿਸੇ ਵੀ ਚੀਜ਼ ਦਾ ਮੋਸ਼ਨ ਹੋਣਾ, ਉੱਥੇ ਆਪਾਂ ਕੀ ਯੂਜ਼ ਕਰਦੇ ਹਾਂ? ਅਪੋਨ ਦਾ ਇਸਤੇਮਾਲ ਕਰਦੇ ਹਾਂ। ਉੱਥੇ ਆਪਾਂ ਕੀ ਯੂਜ਼ ਕਰਦੇ ਹਾਂ? ਅਪੋਨ ਦਾ ਇਸਤੇਮਾਲ ਕਰਦੇ ਹਾਂ। ਹੁਣ ਇਹ ਸੈਂਟੈਂਸ ਦੇਖੋ, ਨਨ ਕੁਡ ਡੇਅਰ ਟੂ ਐਨਰੋਚ ਔਨ ਹਿਸ ਰਾਈਟਸ। ਹੁਣ ਇੱਥੇ ਕੋਈ ਫਿਜ਼ੀਕਲ ਕੰਟੈਕਟ ਦੀ ਗੱਲ ਕੀਤੀ ਹੈ ਤਾਂ ਔਨ ਨਹੀਂ ਆਊਗਾ, ਅਪੋਨ ਆਊਗਾ। ਇੰਨਾ ਵੀ ਨਾ ਯਾਦ ਅਗਰ ਰਹੇ ਕਿ ਐਨਰੋਚ ਇੱਕ ਵਰਬ ਹੈ ਅਤੇ ਉਹਦੇ ਨਾਲ ਅਪੋਨ ਯੂਜ਼ ਕਰਨਾ ਹੈ। ਇਹ ਸਭ ਚੀਜ਼ਾਂ ਦੀ ਬਜਾਏ ਸਿੰਪਲ ਯਾਦ ਰੱਖੋ, ਔਨ ਫਿਜ਼ੀਕਲ ਕੰਟੈਕਟ ਲਈ ਅਤੇ ਅਪੋਨ ਕੀ ਕਿਸੇ ਮੋਸ਼ਨ ਲਈ। ਮਤਲਬ ਕੋਈ ਵੀ ਮੋਸ਼ਨ ਦੇ ਵਿੱਚ ਨਹੀਂ ਆਇਆ ਕਿ ਆਪਣੇ ਰਾਈਟਸ ਲਈ ਕੀ ਹੈ ਲੜ ਸਕੇ। ਤਾਂ ਆਪਣਾ ਆਪਸ਼ਨ ਸੀ ਕੀ ਹੋ ਜਾਂਦਾ? ਇਹਦੇ ਵਿੱਚ ਕਰੈਕਟ ਆਪਸ਼ਨ ਹੋ ਜਾਂਦਾ ਵਾ। ਠੀਕ ਹੈ, ਔਨ ਅਤੇ ਅਪੋਨ ਦਾ ਮਤਲਬ ਸਮਝ ਆ ਗਿਆ। ਔਨ ਨੂੰ ਆਪਾਂ ਕਹਿ ਸਕਦੇ ਕੋਈ ਚੀਜ਼ ਰੈਸਟ 'ਤੇ ਆ, ਜਿਵੇਂ ਫਿਜ਼ੀਕਲ ਕੰਟੈਕਟ ਵਿੱਚ ਹੈ, ਬਸ ਉੱਥੇ ਆਪਾਂ ਔਨ ਯੂਜ਼ ਕਰ ਦਾਂਗੇ। ਅਪੋਨ ਕੁਛ ਮੋਸ਼ਨ ਦੇ ਵਿੱਚ ਹੈ। ਕਲੀਅਰ ਹੋ ਗਈ? ਹੁਣ ਆਪਾਂ ਔਨ ਦ ਕੈਟ ਇਜ਼ ਰੈਸਟਿੰਗ ਔਨ ਦ ਟੇਬਲ, ਸਮਝ ਲੱਗੀ? ਕੈਟ ਔਰ ਟੇਬਲ ਦਾ ਕੀ ਹੈ? ਫਿਜ਼ੀਕਲ ਕੰਟੈਕਟ ਹੈ, ਉੱਪਰੋਂ ਰੈਸਟ ਕਰ ਰਹੀ ਹੈ, ਅਤੇ ਉੱਥੇ ਆਪਾਂ ਕੀ ਕਰਾਂਗੇ? ਔਨ ਦਾ ਯੂਜ਼ ਕਰਾਂਗੇ। ਹੀ ਇਜ਼ ਲਾਈਂਗ ਔਨ ਦ ਬੈਡ। ਸਮਝ ਲੱਗ ਗਿਆ ਔਨ ਅਤੇ ਅਪੋਨ ਦਾ? ਕਲੀਅਰ ਹੋਇਆ ਮੀਨਿੰਗ? ਥਰਡ ਕੁਐਸਚਨ ਵੱਲ ਵਧੀਏ। ਥਰਡ ਕੁਐਸਚਨ ਕੀ ਕਹਿੰਦਾ? ਦ ਮਦਰ ਬਰੋਡ ਦ ਚੋਕਲੇਟਸ ਐਂਡ ਡਿਸਟਰੀਬਿਊਟਿਡ ਦੈਮ ਬਿਟਵੀਨ ਹਰ 5 ਚਿਲਡਰਨ। ਮਦਰ ਕੀ ਹੈ? ਚੋਕਲੇਟਸ ਲੈ ਕੇ ਆਈ ਅਤੇ ਡਿਸਟਰੀਬਿਊਟ ਕਰਤਾ ਆਪਣੇ 5 ਬੱਚਿਆਂ ਦੇ ਵਿੱਚ। ਹੁਣ ਇੱਥੇ ਕਿਹੜੀ ਪ੍ਰੈਪੋਜੀਸ਼ਨ ਦਾ ਯੂਜ਼ ਹੋਇਆ? ਬਿਟਵੀਨ। ਦੋ ਪ੍ਰੈਪੋਜੀਸ਼ਨਸ ਦਾ ਮਤਲਬ ਸਮਝਣਾ ਤੁਸੀਂ। ਬਿਟਵੀਨ ਅਤੇ ਅਮੰਗ ਦਾ ਯੂਜ਼ੇਜ ਕਿੱਥੇ ਹੁੰਦਾ ਵਾ? ਜਦੋਂ ਦੋ ਜਾਣਿਆਂ ਦੀ ਗੱਲ ਹੁੰਦੀ ਹੈ ਨਾ, ਜਦੋਂ ਵੀ ਦੋ ਜਾਣਿਆਂ ਦੀ ਗੱਲ ਹੁੰਦੀ ਹੈ ਉਦੋਂ ਆਪਾਂ ਬਿਟਵੀਨ ਦਾ ਇਸਤੇਮਾਲ ਕਰਦੇ ਹਾਂ। ਜਦੋਂ ਦੋ ਤੋਂ ਵੱਧ ਦੀ ਗੱਲ ਹੁੰਦੀ ਹੈ ਤਾਂ ਆਪਾਂ ਅਮੰਗ ਦਾ ਯੂਜ਼ ਕਰਦੇ ਹਾਂ। ਤਾਂ ਆਪਾਂ ਕਿਹਦਾ ਯੂਜ਼ ਕਰਦੇ ਹਾਂ? ਅਮੰਗ ਦਾ ਯੂਜ਼ ਕਰਦੇ ਹਾਂ। ਹੁਣ ਇੱਥੇ ਕਿੰਨੇ ਬੱਚਿਆਂ ਦੀ ਗੱਲ ਹੋ ਰਹੀ ਹੈ? 5 ਬੱਚਿਆਂ ਦੀ, 5 ਚਿਲਡਰਨਸ ਦੀ ਗੱਲ ਹੋ ਰਹੀ ਹੈ। ਤਾਂ ਇੱਥੇ ਆਪਾਂ ਬਿਟਵੀਨ ਨਹੀਂ, ਅਮੰਗ ਪ੍ਰੈਪੋਜੀਸ਼ਨ ਦਾ ਯੂਜ਼ ਕਰਾਂਗੇ। ਕਿਹਦਾ ਯੂਜ਼ ਕਰਾਂਗੇ ਆਪਾਂ? ਅਮੰਗ ਪ੍ਰੈਪੋਜੀਸ਼ਨ ਦਾ ਯੂਜ਼ ਕਰਾਂਗੇ। ਬਿਟਵੀਨ ਅਤੇ ਅਮੰਗ ਵਿੱਚ ਕੀ ਹੈ? ਕੁਝ ਐਕਸੈਪਸ਼ਨਸ ਹੁੰਦੀਆਂ ਨੇ, ਧਿਆਨ ਨਾਲ ਸੁਣਨਾ। ਬਿਟਵੀਨ ਅਤੇ ਅਮੰਗ ਵਿੱਚ ਇਹ ਸੈਂਟੈਂਸ ਤਾਂ ਕਲੀਅਰ ਸੀ। ਆਪਸ਼ਨ ਸੀ ਕੀ ਹੋ ਜਾਊਗਾ ਆਪਣਾ? ਆਪਸ਼ਨਸ ਦੇਖ ਲਓ ਨੀਚੇ, ਮੈਨੂੰ ਯਾਦ ਹੁੰਦੇ ਨੇ ਇਸ ਲਈ ਮੈਂ ਬਿਨਾਂ ਦਿਖਾਏ ਬੋਲ ਦਿੰਦੀ ਹਾਂ। ਹੁਣ ਤਾਂ ਤੁਹਾਨੂੰ ਵੀ ਯਾਦ ਹੋ ਗਏ ਹੋਣੇ, ਕਾਫੀ ਟਾਈਮ ਹੋ ਗਿਆ। ਆਪਸ਼ਨ ਸੀ ਕੀ ਹੋ ਜਾਊਗਾ ਆਪਣਾ? ਕਰੈਕਟ ਆਪਸ਼ਨ ਹੋ ਜਾਊਗਾ। ਇੱਥੇ ਕੀ ਆਏਗਾ? ਅਮੰਗ ਹਰ 5 ਚਿਲਡਰਨਸ। ਹੁਣ ਕੁਝ ਐਕਸੈਪਸ਼ਨਸ ਨੇ, ਉਹ ਲਿਖ ਲਓ, ਤੁਹਾਨੂੰ ਪੀਪੀਟੀ ਵਿੱਚ ਵੀ ਨਹੀਂ ਦਿੱਤੀਆਂ ਗਈਆਂ। ਅਮੰਗ ਅਤੇ ਬਿਟਵੀਨ ਦੀਆਂ ਅਗਰ ਕੋਈ ਰਿਲੇਸ਼ਨਸ਼ਿਪ ਦੀ ਗੱਲ ਹੋ ਰਹੀ ਹੈ, ਕੋਈ ਡੀਲ ਦੀ ਗੱਲ ਹੋ ਰਹੀ ਹੈ, ਕੋਈ ਟਰੀਟੀ ਦੀ ਗੱਲ ਹੋ ਰਹੀ ਹੈ, ਕੋਈ ਅਲਾਇੰਸ ਦੀ, ਕੋਈ ਬੌਂਡ ਨੂੰ ਸਾਈਨ ਕੀਤਾ ਜਾ ਰਿਹਾ, ਤਾਂ ਆਪਾਂ ਬਿਟਵੀਨ ਯੂਜ਼ ਕਰਾਂਗੇ। ਉੱਥੇ ਆਪਾਂ ਅਮੰਗ ਨਹੀਂ ਯੂਜ਼ ਕਰਾਂਗੇ। ਕੋਈ ਰਿਲੇਸ਼ਨਸ਼ਿਪ, ਕੋਈ ਡੀਲ, ਕੋਈ ਟਰੀਟੀ, ਉੱਥੇ ਆਪਾਂ ਕੀ ਯੂਜ਼ ਕਰਾਂਗੇ? ਬਿਟਵੀਨ ਦਾ ਯੂਜ਼ ਕਰਾਂਗੇ। ਠੀਕ ਹੈ, ਐਗਜ਼ਾਮਪਲ ਲੈ ਲਓ। ਦੇਅਰ ਇਜ਼ ਅ ਗੁੱਡ ਰਿਲੇਸ਼ਨਸ਼ਿਪ ਬਿਟਵੀਨ ਯੂਰਪੀਅਨ ਕੰਟਰੀਜ਼। ਠੀਕ ਹੈ, ਗੁੱਡ ਰਿਲੇਸ਼ਨਸ਼ਿਪ ਬਿਟਵੀਨ ਯੂਰਪੀਅਨ ਕੰਟਰੀਜ਼। ਹੁਣ ਯੂਰਪੀਅਨ ਕੰਟਰੀਜ਼ ਤਾਂ ਬਹੁਤ ਸਾਰੀਆਂ ਨੇ। ਹੁਣ ਇੱਥੇ ਆਪਾਂ ਅਮੰਗ ਯੂਰਪੀਅਨ ਕੰਟਰੀਜ਼ ਦਾ ਯੂਜ਼ ਨਹੀਂ ਕਰਾਂਗੇ, ਆਪਾਂ ਕੀ ਯੂਜ਼ ਕਰਾਂਗੇ? ਬਿਟਵੀਨ। ਇੱਥੇ ਮੈਂ ਸੈਂਟੈਂਸ ਲਿਖ ਦਿੰਦੀ ਹਾਂ। ਦੇਅਰ ਇਜ਼ ਗੁੱਡ ਰਿਲੇਸ਼ਨਸ਼ਿਪ ਬਿਟਵੀਨ ਯੂਰਪੀਅਨ ਕੰਟਰੀਜ਼। ਠੀਕ ਹੈ, ਆਪਾਂ ਅਮੰਗ ਨਹੀਂ, ਬਿਟਵੀਨ ਦਾ ਯੂਜ਼ ਕਰਾਂਗੇ। ਠੀਕ ਹੈ, ਕੋਈ ਰਿਲੇਸ਼ਨਸ਼ਿਪ ਦੀ ਗੱਲ ਹੋ ਰਹੀ ਹੈ। ਠੀਕ ਹੈ, ਐਸੀ ਫਸਟ ਐਕਸੈਪਸ਼ਨ ਬਿਟਵੀਨ ਦੀ। ਦੂਸਰੀ ਕੀ ਹੈ? ਅਗਰ ਕੋਈ ਡੈਫੀਨੇਟ ਨਾउन ਦਾ ਮਤਲਬ ਕੀ ਹੋਇਆ? ਕੋਈ ਨੇਮ
ਦੀ ਕੋਈ ਮੈਂਸ਼ਨ ਕੀਤਾ ਜਾ ਰਿਹਾ ਸੈਂਟੈਂਸ ਦੇ ਵਿੱਚ, ਤਾਂ ਵੀ ਕੀ ਹੈ, ਬਿਟਵੀਨ ਦਾ ਯੂਜ਼ ਹੋਏਗਾ। ਕੀ ਯੂਜ਼ ਹੋਏਗਾ? ਬਿਟਵੀਨ ਦਾ ਯੂਜ਼ ਹੋਏਗਾ। एग्जाम्पल ले लो, ठीक है, कोई डेफिनेट नाउन मतलब किसी नेम। एग्जाम्पल ले लो, अ टूर्नामेंट was held between India, China and Australia, ठीक है। ਇੱਥੇ ਕੀ यूज़ किया मैं? बिटवीन, अमंग नहीं, बिटवीन ਆਪਾਂ ਕਹੇ ਕਿ ਦੋ ਦੇ ਨਾਲ यूज़ ਹੋਏਗਾ, पर एक्सैप्शनस ने दो, ठीक है। ਹੁਣ ਇਹ ਵਾਲੀ ਡੈਫੀਨੇਟ ਨਾउन है, इंडिया चाइना आस्ट्रेलिया एक डेफिनेट नाउन का इस्तेमाल किया गया है, ਤਾਂ ਆਪਾਂ ਕੀ यूज़ कर रहे हैं? बिटवीन यूज़ कर रहे हैं तीन चीज़ों लिए। क्लीयर? ਇਹ चीज़ क्लीयर हो गई। तीसरी चीज़ ध्यान नाल सुनो, तीसरी चीज़ की है ਹੁਣ बिटवीन ਦੇ ਨਾਲ, ਜਿਹੜਾ बिटवीन है ਉਹਦੇ ਤੋਂ ਬਾਅਦ ਈਚ ਜਾਂ ਐਵਰੀ ਜਿਹੜੀ ਸ਼ਬਦ ਆ ਉਹ ਕਦੇ ਇਸਤੇਮਾਲ ਨਹੀਂ ਕੀਤਾ ਜਾਏਗਾ। ਬਿਟਵੀਨ ਦੇ ਨਾਲ ਈਚ ਜਾਂ ਐਵਰੀ ਵਰਡ ਦਾ ਕਦੀ ਵੀ ਇਸਤੇਮਾਲ ਕੀ ਨਹੀਂ ਕੀਤਾ ਜਾਏਗਾ। ਈਚ ਔਰ ਐਵਰੀ ਕਦੀ ਵੀ ਯੂਜ਼ ਨਹੀਂ ਕੀਤਾ ਜਾਏਗਾ। ਤਿੰਨ ਚੀਜ਼ਾਂ ਕਲੀਅਰ ਹੋ ਗਈਆਂ ਬਿਟਵੀਨ ਦੇ ਨਾਲ ਰਿਲੇਟਿਡ। ਕਲੀਅਰ? ਵਧੀਆ। ਫੋਰਥ ਕੁਐਸਚਨ ਨਾਲ ਬਿਟਵੀਨ ਔਰ ਅਮੰਗ ਕਲੀਅਰ ਹੈ। ਜੋ ਮੈਂ ਤਿੰਨ ਐਕਸੈਪਸ਼ਨਸ ਦੱਸੀਆਂ ਪੀਪੀਟੀ ਵਿੱਚ ਨਹੀਂ ਹੈਗੀ, ਤੁਸੀਂ ਲਿਖ ਲੈਣਾ, ਠੀਕ ਹੈ ਜੀ। नेक्स्ट क्वेश्चन, फोर्थ क्वेश्चन, इट इज़ नॉट पॉसिबल टू एक्सचेंज द गुड्स वंस द सेल हैज़ बीन कंप्लीटेड। पॉसिबल नहीं हैगा कि गुड्स की आप एक्सचेंज कर लिए जो कि सेल की खत्म हो चुकी हुई है। सेल की है खत्म हो चुकी हुई है। हुण इत्थे की यूज़ गलत की यूज़ किया हुआ है, जिहड़ा वंस की वरतों उत्थे क्या आना चाहिए? आफ्टर। ਹੁਣ ਕੀ ਹੈ? सेल की खत्म हो चुकी है, कोई चीज़ की पास्ट विच खत्म हो चुकी हुई है, तो उत्थे की आप आफ्टर यूज़ करते हैं, वंस यूज़ नहीं करते। ਤੁਹਾਡਾ ਕਰੈਕਟ ਸੈਂਟੈਂਸ ਕੀ ਹੋ ਜਾਣਾ ਸੀ ਪਿੱਛੇ? ਜਦੋਂ ਵੀ ਆਪਾਂ ਕਿਸੇ ਪਾਸਟ ਦੀ ਗੱਲ ਕਰਨੀ ਹੈ ਨਾ, ਜੋ ਚੀਜ਼ ਖਤਮ ਹੋ ਚੁੱਕੀ ਹੈ ਉੱਥੇ ਆਪਾਂ ਕੀ ਯੂਜ਼ ਕਰਾਂਗੇ? ਆਫਟਰ। ਤਾਂ ਸੈਂਟੈਂਸ ਕਿ ਇਟ ਇਜ਼ ਨਾਟ ਪੋਸੀਬਲ ਟੂ ਐਕਸਚੇਂਜ ਦ ਗੁੱਡਸ ਆਫਟਰ ਦ ਸੇਲ ਹੈਜ਼ ਬੀਨ ਕੰਪਲੀਟਿਡ। ਠੀਕ ਹੈ, ऑप्शन सी ਕੀ ਹੋ ਗਿਆ ਆਪਣਾ करेक्ट ऑप्शन हो गया। ठीक है जी, क्लियर? हुण आफ्टर, आफ्टर ते इन दे विच की डिफरेंस हैगा वै? जिहड़ा आफ्टर है ना, वो जो कोई पीरियड है, कोई पास्ट विच खत्म हो चुका होया वै, जो चीज़ खत्म हो चुकी हुई है उत्थे आपां की यूज़ करते हैं? आफ्टर दा यूज़ करते हैं। ठीक है, एंड ऑफ द पीरियड ऑफ द टाइम इन द पास्ट। तो इन दी वरतों कित्थे की जाती है? एंड ऑफ द पीरियड ऑफ टाइम इन फ्यूचर। किसी फ्यूचर दे विच की है एंड ऑफ पीरियड की गल की जाए उत्थे आपां इन दा यूज़ करते हैं। ठीक है, उत्थे आपां की यूज़ करते हैं? अपना इन दा यूज़ करते हैं। समझ लग गया? आफ्टर ते इन दा डिफरेंस पता लग गया? बिल्कुल माइनर जे है। इत्थे की है इन द पास्ट, इत्थे की है इन द फ्यूचर। इन दे इंटू दा होर भी डिफरेंस है। इन ते इंटू विच अगर डिफरेंशिएट करना होवे, किसी स्टैटिक चीज़ बारे गल करना, उदों आपां इन दा वरतों करते हैं। इंटू किसी मोशन के बारे गल हो रही है, कुछ इंसर्शन के बारे गल हो रही है, तो आपां इंटू का इस्तेमाल करते हैं। शी इज़ सिटिंग इन द रूम, और बैठी हुई है अपने कमरे। इंटू द रूम नहीं आएगा, उत्थे आएगा इन द रूम। द कैट जंप्स इंटू द वेल, कैट ने की जंप मारी मोशन दे विच। ठीक है, इन दे इंटू क्लीयर हो गया। आफ्टर ते इन का भी डिफरेंस क्लीयर हो गया। इन की बहुत अलग अलग मीनिंग के तौर पर इन की वरतों की जाती है। फिफ्थ क्वेश्चन, सैवरल प्रोमीनेंट सैलीब्रिटीज़ इनवॉल्वड इन द स्कैंडल आर रिक्वायर्ड टू अपेयर टू द इन्वेस्टिगेशन कमेटी। जिन्ने भी लीडर्स स्कैंडल दे विच इनवॉल्व सी, उन्होंने की है इन्वेस्टिगेशन कमेटी के सामने आना वै। उन्होंने की है इन्वेस्टिगेशन कमेटी के सामने आना है। हुण इत्थे की है? आर रिक्वायर्ड टू अपेयर टू द इन्वेस्टिगेशन कमेटी। टू द इन्वेस्टिगेशन कमेटी आना चाहिए सी? नहीं, इत्थे आना चाहिए सी आफ्टर द आफ्टर नहीं सॉरी बिफोर द इन्वेस्टिगेशन कमेटी। ठीक है, टू की जगह की आना चाहिए सी? बिफोर द इन्वेस्टिगेशन कमेटी। तो अपना ऑप्शन की करैक्ट हो जाएगा? फोर्थ ऑप्शन की अपना
ਕਰੈਕਟ ਹੋ ਜਾਏਗਾ। क्यों? क्योंकि फोर्थ सेंटेंस ਦੇ ਵਿੱਚ ਕੀ ਹੈ, एरर है। डी ऑप्शन ਕੀ ਹੋ ਗਿਆ ਆਪਣਾ, ਕਰੈਕਟ ऑप्शन ਹੋ ਗਿਆ। सेंटेंस ਕੀ ਹੋਣਾ ਚਾਹੀਦਾ ਸੀ, ਸੈਵਰਲ ਪ੍ਰੋਮੀਨੈਂਟ ਸੈਲੀਬ੍ਰਿਟੀਜ਼ ਇਨਵੋਲਵਡ ਇਨ ਦ ਸਕੈਂਡਲ ਆਰ ਰਿਕੁਆਇਰਡ ਟੂ ਅਪੇਅਰ ਬਿਫੋਰ ਦ ਇਨਵੈਸਟੀਗੇਸ਼ਨ ਕਮੇਟੀ। ਠੀਕ ਹੈ, ਦੋ ਤਰ੍ਹਾਂ ਦੇ ਐਕਸਪ੍ਰੈਸ਼ਨ ਹੁੰਦੇ ਆ, ਅਪੇਅਰ ਟੂ ਔਰ ਅਪੀਅਰ ਬਿਫੋਰ। ਠੀਕ ਹੈ, ਇੱਥੇ ਕੀ ਕਰੈਕਟ ਹੋਣਾ ਚਾਹੀਦਾ ਸੀ, ਅਪੀਅਰ ਬਿਫੋਰ। ਅਪੀਅਰ ਟੂ ਦਾ ਤਾਂ ਮਤਲਬ ਕੁਝ ਹੋਰ ਹੁੰਦਾ। सेंटेंस तो क्लीयर हो रहा है। अपेयर टू द अपेयर बिफोर मतलब उन्होंने सामने आना है। ठीक है, एक कार्रवाई लिए। टू की होंदा वै कि तुहानू यह चीज़ की करनी है। ऑप्शन होंदी है ये की इन्वेस्टिगेशन कमेटी लिए कोई ऑप्शन तुहाडे कोलों नहीं है। क्लीयर क्लीयर है, वधिया। मतलब जो टू की वरत होंदी ना, एक्चुअल जो डेस्टिनेशन किसी वो चीज़ों लिए वरतों की जाती है। ठीक है, अपेयर टू वो चीज़ नहीं होगी, अपेयर बिफोर। सिक्स्थ क्वेश्चन वाल वधिए। सिक्स्थ क्वेश्चन, ऑल्दो द पेन वॉज बिहाइंड हिज कैपेसिटी येट ही डिडंट कंप्लेन। ਉਹਦੇ ਕੋਲ दर्द बर्दाश्त नहीं हो रही सी पर उन्हें तां भी की शिकायत नहीं की। उन्हें तां भी की शिकायत नहीं की। हुण दो वर्ड्स होंदे ने, बिहाइंड ते बियॉन्ड। की होंदे ने, बिहाइंड ते बियॉन्ड। फर्क की होंदा है बिहाइंड ते बियॉन्ड दे विच। देखो बिहाइंड मतलब भी पिछे होना, आप बियॉन्ड मतलब किसी बियॉन्ड द लिमिट्स कहते हैं आप वर्ड नू। ठीक है, किसी लिमिट्स नू। बिहाइंड की है, वो मेरे पीछे खड़ा है, ही इज़ स्टैंडिंग बिहाइंड मी। ठीक है, मेरे पीछे है, चाहे हिज रैंक इज़ बिहाइंड मी। ठीक है, टूवर्ड्स द बैक, बैक वाल करना। लेटर टाइम, अगर टाइम के लिए यूज़ कर रहा है मतलब लेट टाइम, टाइम तो बाद है। बियॉन्ड मतलब क्या होंदा है, ਉਹਦੀ लिमिट्स तो बाहर। ठीक है, ਉਹਦੀ शक्ति तो कोई चीज़ बाहर होनी, बाहर होनी, बाहर नहीं बाहर होनी। हुण ਇੱਥੇ की है, पेन की गल हो रही है, बिहाइंड आएगा, की आएगा ਇੱਥੇ, बियॉन्ड आएगा। की आएगा, बियॉन्ड आएगा। तो अपना करैक्ट ऑप्शन क्या हो जाएगा, बी ऑप्शन, क्योंकि सैकेंड सेंटेंस भी एरर है, बिहाइंड नहीं बियॉन्ड आएगा। ठीक है, ऑल्दो द पेन वॉज बियॉन्ड इट्स कैपेसिटी येट ही डिडंट कंप्लेन। बिहाइंड विच द ट्रेन वॉज बिहाइंड टाइम मतलब ट्रेन किसी लेट सी अपने टाइम तो। द पुलिस वॉज रनिंग बिहाइंड द थीफ। बिहाइंड की उत्थों यूज़ की जाती है। समझ लग गया बिहाइंड ते बियॉन्ड का मतलब। क्लीयर। नेक्स्ट क्वेश्चन, दैट इज 7th। ही फ्रीड हिमसेल्फ फ्रॉम द बल्गर्स होल्ड एंड रैन ऑन द रोड। उन्हें अपने आप को बल्गर्स तो छुड़ाया तो रोड ते भजना शुरू करता। रोड ते की है, भजना शुरू करता। ठीक है, हुण ऑन द एक ऑन हुंदा, एक एक्रॉस हुंदा। हुण ऑन ते एक्रॉस विच की डिफरेंस है, एक एक्रॉस उस तो बाद क्या आंदा, थ्रू। ये 3 वर्ड ने। ऑन तुहानूं मैं दस्सिया सी किसी फिजिकल कॉन्टैक्ट नाल करना। ठीक है, ऑन दा ते खत्म हो गया, इन्ना तो तुहानूं पता लग गया होगा। हुण एक्रॉस ते थ्रू दे विच की है, एक्रॉस मतलब होंदा है कोई मीडियम का यूज़ होना, एक हिस्से तो दूसरी जगह जाने लिए किसी मीडियम का यूज़ करना। की यूज़ करना, मीडियम का यूज़ करना, सॉरी मीडियम का यूज़ ना करना। वंस अगेन आई एम रिपीटिंग, लिसन इट वेरी केयरफुली। एक्रॉस होंदा है किसी मीडियम का इस्तेमाल ना करना, या फिर एक साइड तो दूजी साइड। ठीक है, ऑपोजिट साइड्स की अगर दो गल्लां होंदियां ने उदों आपां एक्रॉस का वर्ड यूज़ करते हैं। थ्रू होंदा है किसी मीडियम का इस्तेमाल होना, किसी मीडियम का इस्तेमाल होना। एग्जाम्पल तो समझ लो, एक्रॉस ते थ्रू नोट कर लेना। द ट्रेन पास्ड थ्रू द चैनल। The train passed through the channel। उस तो बाद की आ जाता है, bird fly across the sea। bird fly across the sea। हुण तुसीं देख रहे हो
ਦੋਨਾਂ ਦੇ ਵਿੱਚ ਟ੍ਰੇਨ ਨੇ ਕਿ ਟਨਲ ਦਾ ਸਹਾਰਾ ਚੈਨਲ ਨੂੰ ਪਾਸ ਕਰਨਾ ਸੀ, ਟਨਲ ਦੇ ਵਿੱਚ ਪਾਸ ਥਰੂ ਦ ਟਨਲ, ਠੀਕ ਹੈ। ਟਨਲ ਦੇ ਥਰੂ, ਟਨਲ ਦਾ ਸਹਾਰਾ ਲੈ ਕੇ ਟ੍ਰੇਨ ਕੇ ਉੱਥੋਂ ਪਾਸ ਹੋਈ। ਬਰਡਸ ਨੇ ਫਲਾਈ ਕੀਤਾ ਅਕਰੋਸ ਦ ਸੀ। ਸਮਝ ਲੱਗ ਗਿਆ। ਅਕਰੋਸ ਦਾ ਦੂਸਰਾ ਮਤਲਬ ਕੀ ਸੀਗਾ? ਸ਼ੀ ਵਾਜ਼ ਸਟੈਂਡਿੰਗ ਅਕਰੋਸ ਦ ਰੇਲਵੇ ਲਾਈਨ, ਰੇਲਵੇ ਲਾਈਨ ਤੋਂ ਉਸ ਪਾਰ ਖੜੀ ਹੈ। ਸੋ ਇੱਥੇ ਆਪਣਾ ਕੀ ਹੋ ਜਾਏਗਾ? ਔਨ ਦੀ ਜਗ੍ਹਾ ਕੀ ਆਏਗਾ? ਆਪਣਾ ਅਕਰੋਸ ਆਏਗਾ। ਕੀ ਆਏਗਾ? ਅਕਰੋਸ ਆਏਗਾ। ऑप्शन सी की हो जाएगा अपना करेक्ट। ही फ्रीड हिमसेल्फ फ्रॉम द बर्गर्स होल्ड एंड रैन अक्रॉस द रोड। क्लीयर? कुछ भी चीज़ क्लीयर ना हो कमेंट बॉक्स में कमेंट करन तो झिझकाना नहीं, क्लीयर होना चाहिए वे, ठीक है। शाई नहीं करना, कुछ भी अगर तुहानू क्लीयर नहीं है, अपने लिए पढ़ रहे हो, किसी होर लिए नहीं पढ़ रहे। 8th क्वेश्चन, हैविंग कम टू मुंबई ही हैड फाउंड डैट देयर वॉज नथिंग पैसिमिस्टिक इन पीपल। ਜਦੋਂ ਮੁੰਬਈ ਆਇਆ ਉਹਨੇ ਦੇਖਿਆ ਇੱਥੇ ਤਾਂ ਕੁਛ ਵੀ ਕੀ ਪੈਸੀਮਿਸਟਿਕ ਨਹੀਂ ਹੈ ਲੋਕਾਂ ਦੇ ਬਾਰੇ, ਠੀਕ ਹੈ। ਇੱਥੇ ਪ੍ਰੈਪੋਜੀਸ਼ਨ ਕੀ ਯੂਜ਼ ਹੋ ਰਹੀ ਹੈ? ਇਨ। ਹੁਣ ਇਨ ਪੀਪਲ ਆਉਣਾ ਚਾਹੀਦਾ ਵੈ, ਅਬਾਊਟ ਪੀਪਲ। ਉਹਨੇ ਲੋਕਾਂ ਦੇ ਬਾਰੇ ਦੇਖਿਆ, ਠੀਕ ਹੈ। ਕੀ ਹੋਣਾ ਚਾਹੀਦਾ ਵੈ? ਅਬਾਊਟ ਦਾ ਯੂਜ਼ ਹੋਣਾ ਚਾਹੀਦਾ, ਨਾ ਕਿ ਇਨ ਦਾ। ਸੋ ਆਪਸ਼ਨ 4 ਕੀ ਹੋ ਜਾਊਗਾ ਆਪਣਾ ਕਰੈਕਟ ਆਪਸ਼ਨ ਹੋ ਜਾਏਗਾ। ਇਨ ਦਾ ਮੀਨਿੰਗ ਮੈਂ ਤੁਹਾਨੂੰ ਕੀ ਹੈ ਸਮਝਾ ਸਕੀ, ਲੋਕਾਂ ਬਾਰੇ, ਲੋਕਾਂ ਵਿੱਚ ਕੀ ਕੁਝ ਪੈਸੀਮਿਸਟਿਕ ਨਹੀਂ ਹੈ। 9th, most of the UP is a fertile plain between which the river Ganga flows। between which the river Ganga, ਹੁਣ ਇੱਥੇ between ਆਉਣਾ ਚਾਹੀਦਾ। ਪ੍ਰੈਪੋਜੀਸ਼ਨ ਕੀ ਹੈ? between। ਹੁਣ ਇੱਥੇ between ਆਉਣਾ ਚਾਹੀਦਾ ਨਹੀਂ। ਤੁਹਾਨੂੰ ਮੈਂ ਹੁਣੇ ਥਰੂ ਦਾ ਮਤਲਬ ਸਮਝਾਇਆ ਸੀ ਨਾ, ਥਰੂ ਕੀ ਆਉਣਾ ਚਾਹੀਦਾ? between ਦੀ ਜਗ੍ਹਾ ਥਰੂ ਦਾ ਯੂਜ਼ ਹੋਣਾ ਚਾਹੀਦਾ ਵੈ। plains through which the Ganga river flows। क्लियर? ऑप्शन सी की करैक्ट है। थ्रू, बिटवीन, अमंग, अक्रॉस सब क्लीयर हो रहा है ना, ठीक है। इदा ही जो आप क्वेश्चन करांगे तो होर चीज़ा भी बहुत सारिया क्लीयर होणगियां। 10th, आफ्टर ओपनिंग द डोर वी एंटर्ड इनटू द रूम नैक्सट टू द बालकनी। जो आप डोर नूं खोलिया, आप एंटर किया रूम दे विच। हुण इत्थे एंटर ते इनटू का मतलब की हुंदा? इनटू मतलब अंदर जाना, एंटर मतलब भी अंदर जाना। एंटर दे नाल कभी भी इनटू की वरतों नहीं की जाएगी। सिंपल होएगा वी एंटर्ड द रूम। ऑप्शन बी की हो जाएगा अपने इत्थे करैक्ट। ए रखना, यह बहुत बेसिक है। एंटर्ड दे नाल कदों कभी भी की है इनटू की वरतों की है नहीं की जाएगी। इनटू शब्द की वरतों नहीं की जाएगी। सेंटेंस की हो जाएगा आफ्टर ओपनिंग द डोर वी एंटर्ड द रूम नैक्सट टू द बालकनी। क्लीयर? हुण कुछ वर्ड्स ने जिन्हां दे मैं तुहानूं कि यूजेज दस देवांगी, इन्हां दे एग्जाम्पल्स विच क्वेश्चनस विच आपां डिस्कस कर लवांगे क्लीयरली, ठीक है। तुहानूं क्लीयर हो जाएंगे, ठीक है। इन्हूं मैं क्वेश्चनस नाल नहीं, सिंपल तुहानूं जिवें आपां मीनिंग्स नाल कुछ रूल रह जांदे ने वो चीज़ां बारे। हुण अबव ते ओवर दी किस तरह यूज़ करनी है आपां प्रैपोजिशन दे विच? अबव ते ओवर दी। अबव मतलब की हुंदा है? हायर फ्रॉम, कुछ उत्ते। अबव हिम, ही इज़ अबव हिम, ठीक है। अबव ते हायर दा मीनिंग समझ लग रहा है ना? अबव हिम, ठीक है। अबव अपने आप दे विच तुहानूं मीनिंग दसदा पिया अपना। उस तो बाद ओवर दा की मीनिंग हुंदा है? ओवर दी वरतों की बहुत तरह नाल यूज़ की जाती है। एक तो जिथे कोई फिजिकल कॉन्टैक्ट नहीं है, फिजिकल कॉन्टैक्ट की है नहीं है, एक तो वो याद रखना वै, उत्थे ओवर दा यूज़ किया जाता वै। द फैन इज़ ओवर द बैड, ठीक है। फैन इज़ एग्जाम्पल ले लो, फैन इज़ ओवर द बैड। फैन के बैड के ऊपर है, अबव द बैड नहीं, क्योंकि कि फिजिकल कॉन्टैक्ट नहीं है तो अपना की आएगा? ओवर आएगा, ठीक है। जो इन द सेंस ऑफ बियॉन्ड द सेंस विच आपां ओवर द यूज़ कर लेंगे, अबव दी सुपीरियरिटी दी कंकलूजन दे विच उत्थे कि आपां ओवर द यूज़ करते हैं। सेंटेंस की मीनिंग नूं देखते हुए आपां ओवर द यूज़ करते हैं। होर इस तो इलावा बाय, ऑफ, टिल, ਇਹ 4 वर्ड्स के यूज़ किवें किया जाता है? टिल मीनस अप टू और नॉट अर्लीयर दैन, मतलब टिल 11 o'clock यू शुड बी एट होम। 11 बजे तक घर आना ही आना है, ठीक है। 11 तो लेट नहीं होना, समझ लग गई। 11 तो जल्दी भी ना हो, कोई गल ही नहीं है। क्लीयर होया? टिल का मीनिंग बाय होंदा नॉट लेटर दैन, एक
टाइम लिमिट देती भी इस तो बाहर तुसी नहीं जाना। यू शुड बी एट होम बाय 8 o'clock। 8 बजे तक घर आना ही आना है। एक पूरा समझ लग गया टिल और बाय विच बहुत लिटल डिफरेंस है और डिफरेंस ਨੂੰ ਧਿਆਨ ਤੁਸੀਂ ਦੋ ਵਾਰੀ ਸੈਂਟੈਂਸ ਨੂੰ ਪੜੋਗੇ ਤੁਹਾਨੂੰ ਕਲੀਅਰ ਹੋ ਜਾਏਗਾ। ਨੈਕਸਟ ऑफ shows separation at near distance and detached conditions। ऑफ ਕੀ ਹੈ ਜਦੋਂ ਨੀਅਰ ਡਿਸਟੈਂਸ ਦਾ ਕੀ ਆਪਾਂ ਯੂਜ਼ ਕਰ ਰਹੇ ਹਾਂ ਨੀਅਰ ਡਿਸਟੈਂਸ ਲਈ ਕੀ ਆਪਾਂ ऑफ ਦੀ ਕੀ ਹੈ ਯੂਜ਼ ਕਰਦੇ ਹਾਂ। ਹੁਣ ਕੱਲਾ ਐਸੀ O ਡਬਲ F ਹੁਣ ਕੱਲਾ O F मतलब ਸਿੰਪਲ ऑफ ਉਹਦਾ ਯੂਜ਼ ਕਿੱਥੇ ਕੀਤਾ ਜਾਂਦਾ ਹੈ ਕਿਸੇ ਸ਼ੋ ਕਰਨ ਲਈ ਕਿਸੇ ਕੋਜ਼ ਨੂੰ ਸੋਰਸ ਨੂੰ ਕੁਆਲਿਟੀ ਨੂੰ ਇਹ ਸਭ ਚੀਜ਼ਾਂ ਲਈ ਕੀ ਹੈ ऑफ ਦੀ ਯੂਜ਼ ਕੀਤੀ ਜਾਂਦੀ ਹੈ। ਹੁਣ ਚਾਰਾਂ ਦੇ ਨਾਲ ਤੁਸੀਂ ਸੈਂਟੈਂਸ ਸੋਚੋ ਕੀ ਬਣ ਸਕਦਾ ਹੈ। ਤੁਹਾਨੂੰ ਮੈਂ 5 ਸੈਕਿੰਡਸ ਦਾ ਟਾਈਮ ਦਿੰਦੀ ਹਾਂ ਇਹਨਾਂ ਦੇ ਨਾਲ ਕੀ ਹੈ ਸੈਂਟੈਂਸ ਦੀ ਵਰਤੋਂ ਦੇ ਬਾਰੇ ਸਿੱਖੋ। ਹਾਂਜੀ ਆਇਆ ਦੇਖੋ ਸੈਂਟੈਂਸ ਮੈਂ ਕਰਾਉਣ ਲੱਗੀ ਹਾਂ ਹੁਣ ਧਿਆਨ ਨਾਲ ਦੇਖਣਾ। ਹੀ ਸ਼ੈਲ ਵਰਕ ਟਿਲ 5 AM। ਹੀ ਸ਼ੈਲ work till 5 AM। समझ लगी he shall work till 5 AM 10 ਵਜੇ ਤੱਕ ਤਾਂ ਕੰਮ ਕਰਨਾ ਹੀ ਕਰਨਾ ਉਸ ਤੋਂ ਪਹਿਲੇ ਵੀ ਕੰਮ ਨਹੀਂ ਛੱਡ ਸਕਦੇ। by this time tomorrow I will finish the project। ਇਸ ਟਾਈਮ ਤੱਕ ਮੈਂ ਪ੍ਰੋਜੈਕਟ ਖਤਮ ਕਰ ਲਵਾਂਗਾ। ਠੀਕ ਹੈ ਇਸ ਟਾਈਮ ਤੱਕ ਮੈਂ ਪ੍ਰੋਜੈਕਟ ਕੀ ਹੈ ਖਤਮ ਕਰ ਲਵਾਂਗਾ। The glass fell off the table। ਇੱਥੇ ਕੀ ऑफ यूज़ है ऑफ कोई डिस्टेंस लिए यूज़ होया ना चीज़ ताकि आ गया ऑफ तो सिंपल ऑफ शी वॉज डिप्राइव्ड ऑफ हर पर्स। क्लियर चारा दा मीनिंग क्लियर हो गया। ਅੱਗੇ ਵਧੀਆ ਅੱਗੇ ਕੀ ਡਿਸਕਸ ਕਰ ਰਹੇ ਹਾਂ ਆਪਾਂ ਯੂਜ਼ ਆਫ ਇਨਟੂ ਔਰ ਟੂ ਦਾ ਕੀ ਡਿਫਰੈਂਸ ਹੈ। ਇਨ ਯੂਜ਼ ਕਰਦੇ ਹਾਂ ਕਿਸੇ ਚੀਜ਼ ਨੂੰ ਰੈਸਟ ਨੂੰ ਜਾਂ ਮੋਸ਼ਨ ਇਨਸਾਈਡ ਐਨੀਥਿੰਗ ਤਾਂ ਆਪਾਂ ਇਨ ਦੀ ਯੂਜ਼ ਕਰਦੇ ਹਾਂ। ਇਨਟੂ ਕਿਸੇ ਚੀਜ਼ ਵੱਲ ਅੰਦਰ ਜਾਣਾ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਦਾ। ਟੂ ਨੂੰ ਮੋਸ਼ਨ ਫਰੋਮ ਵਨ ਪਲੇਸ ਟੂ ਅਨਦਰ ਮੋਸ਼ਨ ਫਰੋਮ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤਾਂ ਆਪਾਂ ਟੂ ਕਰਦੇ ਹਾਂ। ਤੇ ਇੱਕ ਹੁੰਦਾ ਟੂਵਰਡਸ ਕਿੱਥੇ ਕਰਦੇ ਆ ਡਾਇਰੈਕਸ਼ਨ ਵੱਲ ਨੂੰ। ਇੱਕ ਹੀ ਹੁੰਦਾ ਵਾ ਟੂਵਰਡਸ ਵੀ ਨਾਲ ਐਡ ਕਰ ਦਿਓ ਕਿਸੇ ਚੀਜ਼ ਦੀ ਡਾਇਰੈਕਸ਼ਨ। ਆਈ ਐਮ ਗੋਇੰਗ ਟੂਵਰਡਸ ਕਾਲਜ ਠੀਕ ਹੈ ਆਈ ਐਮ ਗੋਇੰਗ ਟੂ ਕਾਲਜ ਡੈਸਟੀਨੇਸ਼ਨ ਦੀ ਗੱਲ ਹੋਈ ਤਾਂ ਟੂ ਕਾਲਜ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਕਿਸੇ ਨੂੰ ਆਪਾਂ ਡਾਇਰੈਕਸ਼ਨ ਦੇਣੀ ਹੈ ਆਪਣੇ ਘਰ ਦੀ ਡਾਇਰੈਕਸ਼ਨ ਦੇਣੀ ਹੈ ਤਾਂ ਆਪਾਂ ਕੀ ਕਵਾਂਗੇ ਟੂਵਰਡਸ। ਕਲੀਅਰ ਹੁਣ ਨੈਕਸਟ यूज़ ऑफ एट इन और ऑन ਦੇ ਵਿੱਚ ਕੀ ਡਿਫਰੈਂਸ ਹੈ। ਐਟ ਇਨ ਔਰ ਔਨ ਐਟ ਦਾ ਯੂਜ਼ ਕੀਤਾ ਜਾਂਦਾ ਸਮੋਲ ਟਾਊਨਸ ਔਰ ਵਿਲੇजेस ਲਈ ਆਪਾਂ ਕੀ ਐਟ ਦਾ ਯੂਜ਼ ਕਰਦੇ ਹਾਂ। ਹੋਰ ਆਪਾਂ ਕਿਸ ਲਈ ਯੂਜ਼ ਕਰਦੇ ਨਾउन्स ਤੋਂ ਪਹਿਲੇ ਯੂਜ਼ ਕੀਤਾ ਜਾਂਦਾ ਕਿਸੇ ਡੈਫੀਨਿਟ ਪੁਆਇੰਟ ਆਫ ਟਾਈਮ ਨੂੰ ਡਿਸਕਸ ਕਰਨ ਲਈ ਡੈਫੀਨਿਟ ਪੁਆਇੰਟ ਆਫ ਠੀਕ ਹੈ। ਇਨ ਦੀ ਯੂਜ਼ ਕੀਤੀ ਜਾਂਦੀ ਹੈ ਜਦੋਂ ਆਪਾਂ ਬਿਗ ਸਿਟੀਜ਼ ਦੇ ਬਾਰੇ ਗੱਲ ਕਰਦੇ ਹਾਂ ਕੰਟਰੀਜ਼ ਬਾਰੇ ਪ੍ਰੋਵਿੰਸਿਸ ਬਾਰੇ ਤਾਂ ਇਨ ਦਾ ਯੂਜ਼ ਕੀਤਾ ਜਾਂਦਾ। ਨੇਮਸ ਆਫ ਮੰਥ ਔਰ ਈਅਰ ਦੇ ਵਿੱਚ ਇਨ ਦਾ ਯੂਜ਼ ਕੀਤਾ ਜਾਂਦਾ। ਡੇਟ ਐਂਡ ਨੇਮਸ ਆਫ ਡੇਜ਼ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ ਔਨ ਦਾ ਯੂਜ਼ ਕਰਦੇ ਹਾਂ ਠੀਕ ਹੈ। ਇੱਕ ਔਨ ਦਾ ਮਤਲਬ ਤਾਂ ਉਹ ਸੀਗਾ ਜਿਹੜਾ ਫਿਜ਼ੀਕਲ ਕੰਟੈਕਟ ਕੀਤਾ ਹੋਇਆ ਔਨ। ਦੂਸਰਾ ਜਦੋਂ ਡੇਟ ਐਂਡ ਨੇਮਸ ਆਫ ਡੇਜ਼ ਆਉਂਦਾ ਵਾ ਤਾਂ ਵੀ ਆਪਾਂ ਕੀ ਹੈ ਔਨ ਦਾ ਯੂਜ਼ ਕਰਦੇ ਹਾਂ। ਇੰਨੀ ਚੀਜ਼ਾਂ ਕਲੀਅਰ ਹੋਈਆਂ ਨੇ ਯੂਜ਼ੇਜ ਸਮਝ ਆਈਏ। ਫਸਟ ਵਾਰੀ 'ਚ ਨਹੀਂ ਆਏਗੀ ਡਾਊਟ ਰਹੇਗਾ ਵੀਡੀਓ ਨੂੰ 2 ਵਾਰੀ ਦੇਖਣਾ ਫਿਰ ਵੀ ਡਾਊਟ ਰਹੇਗਾ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਸੀਂ ਠੀਕ ਹੈ। ਨੈਕਸਟ ਕੁਛ ਵਰਡਸ ਨੈਕਸਟ ਕੀ ਯੂਜ਼ ਆਫ ਫੋਰ ਸਿੰਸ ਔਰ ਫੋਰ ਦੇ ਵਿੱਚ ਕੀ ਫਰਕ ਹੈ। ਫੋਰ ਦਾ ਕੀ ਹੁੰਦਾ ਹੈ ਬਿਫੋਰ ਅ ਨਾउन ਡੋਨੇਟਿੰਗ ਅ ਪੀਰੀਅਡ ਆਫ ਟਾਈਮ ਵਿਦ ਆਲ ਦਾ ਟੈਂਸਿਸ। ਕਿਸੇ ਵੀ ਪੀਰੀਅਡ ਆਫ ਟਾਈਮ ਕਿਸੇ ਵੀ ਨਾउन ਤੋਂ ਪਹਿਲੇ ਕੀ ਆਪਾਂ ਫੋਰ ਦਾ ਯੂਜ਼ ਕਰਦੇ ਹਾਂ। ਫਰੋਮ ਕੀ ਹੁੰਦਾ ਹੈ ਬਿਫੋਰ ਅ ਨਾउन ਔਰ ਅ ਫਰੇਜ਼ ਡੋਨੇਟਿੰਗ ਅ ਪੁਆਇੰਟ ਆਫ ਟਾਈਮ। ਟੈਂਸਿਸ ਜਦੋਂ ਕਰਾਂਗੇ ਇਹ ਚੀਜ਼ਾਂ ਫੋਰ ਸਿੰਸ ਤੇ ਫਰੋਮ ਕੀ ਹੈ ਹੋਰ ਕਲੀਅਰ ਆ ਜਾਏਗਾ। ਹੋਰ ਕਿੱਥੇ ਫਰੋਮ ਦਾ ਯੂਜ਼ ਕੀ ਕੀਤਾ ਹੁੰਦਾ ਵਾ यूजली फॉलोड बाय टू और टिल दे नाल आपां फ्रॉम दा यूज़ करते हैं ठीक है।
क्लीयर होगी। ਇਹ ਚੀਜ਼ ਹੋਰ ਕਲੀਅਰ ਹੋ ਜਾਏਗੀ ਜਦੋਂ ਆਪਾਂ ਟੈਂਸਿਸ ਕਰਾਂਗੇ। ਠੀਕ ਹੈ, ਐਸੇ ਕੁਝ ਪ੍ਰੈਪੋਜੀਸ਼ਨਸ ਜਿਨ੍ਹਾਂ ਦੀ ਯੂਜੇਜ ਦੇ ਬਾਰੇ ਮੈਂ ਤੁਹਾਨੂੰ ਕਰਵਾਇਆ ਵਾ। ਹੁਣ ਆਪਾਂ ਫਟਾਫਟ ਕੁਐਸਚਨਸ ਨੂੰ ਡਿਸਕਸ ਕਰਦੇ ਹਾਂ। 10 ਕੁਐਸਚਨਸ ਹੈ, ਜਲਦੀ ਜਲਦੀ ਡਿਸਕਸ ਕਰਾਂਗੇ। ਤੁਸੀਂ ਮੈਨੂੰ ਫਟਾਫਟ ਆਨਸਰਸ ਦੇਣੇ ਆ। ਫਸਟ ਕੁਐਸਚਨ ਦੇਖਿਆ, ਬਿਸਾਈਡਸ ਹਿਜ਼ ਰਿਲੇਟਿਵਸ ਹੀ ਇਨਵਾਈਟਿਡ ਹਿਜ਼ ਫਰੈਂਡਸ ਆਲਸੋ। ਬਿਸਾਈਡ ਹੋਣਾ ਚਾਹੀਦਾ, ਇੱਥੇ ਕੀ ਆਉਣਾ ਚਾਹੀਦਾ ਸੀ, ਬਿਸਾਈਡਸ। ਠੀਕ ਹੈ, relatives ਤੋਂ ਇਲਾਵਾ, in addition to, the cat sprang on the table, cat sprang on the table, cat sprang upon the table, cat jumped on the well, distribute these sweets between the poor, नहीं, distribute these sweets among the poor, among the poor, sorry. Fourth question, she returned the book in a week, she returned the book in a week, she returned the book after a week, she in ਦੀ ਜਗ੍ਹਾ ਕੀ ਆਉਣਾ ਚਾਹੀਦਾ ਸੀ, after a week ਹੋਣਾ ਚਾਹੀਦਾ ਸੀ। in ਦੀ ਜਗ੍ਹਾ ਕੀ ਹੋਣਾ ਚਾਹੀਦਾ ਸੀ ਇੱਥੇ, after। ਠੀਕ ਹੈ, children always quarrel above petty issues, above ਦੀ ਜਗ੍ਹਾ ਕੀ ਹੋਣਾ ਚਾਹੀਦਾ ਸੀ, over petty issues, they will put on a note in this regard for your consideration, they will put up a note, ਨਾ ਕਿ put on, on ਦਾ ਮਤਲਬ ਕੀ ਹੁੰਦਾ ਵਾ, on ਦਾ ਮਤਲਬ ਕਿਸੇ ਫਿਜ਼ੀਕਲ ਕੰਟੈਕਟ, ਨੇਮ ਆਫ ਡੇਜ਼ ਦੇ ਨਾਲ ਆਪਾਂ ਕੀ ਯੂਜ਼ ਕਰ ਸਕਦੇ ਹਾਂ। she knows very well what is expected from her but she is unable to perform, she knows very well what is expected from her but she is unable to perform। ਹਾਂਜੀ, ਇੱਥੇ ਕੀ ਐਰਰ ਹੈ, she knows very well what is expected from her ਹੋਣਾ ਚਾਹੀਦਾ, what is expected of her, ਇੱਥੇ ਕੀ ਯੂਜ਼ ਹੋਣਾ ਚਾਹੀਦਾ, from ਦੀ ਜਗ੍ਹਾ of, ਕਿਉਂਕਿ from ਦਾ ਯੂਜ਼ ਆਪਾਂ ਜਿੱਥੇ till ਇਹੋ ਜਿਹੀ ਚੀਜ਼ ਕੀਤੀ ਜਾਂਦੀ ਹੈ ਉੱਥੇ ਕੀ ਆਪਾਂ ਯੂਜ਼ ਕਰਦੇ ਹਾਂ। ਨੈਕਸਟ ਕੁਐਸਚਨ, the top ranking candidates will be appointed in a senior jobs in bank, ਇੱਥੇ ਕੀ ਹੋਣਾ ਚਾਹੀਦਾ ਵਾ, appointed in senior jobs, appointed to senior jobs ਹੋਣਾ ਚਾਹੀਦਾ ਵਾ। 9th question, a woman who always convenes on the faults of the children is the worst enemy, at the faults of the children ਹੋਣਾ ਚਾਹੀਦਾ। Dr. Mehta was trying to develop a medicine for last 5 years, for ਨਹੀਂ ਹੋਣਾ ਚਾਹੀਦਾ, ਇੱਥੇ ਕੀ ਆਉਣਾ ਚਾਹੀਦਾ, since last 5 years। ਠੀਕ ਹੈ ਜੀ, ਐਸੇ ਆਪਣੇ ਅੱਜ ਦੇ ਪ੍ਰੈਪੋਜੀਸ਼ਨ ਦਾ ਲੈਕਚਰ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ। ਲੈਕਚਰ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਹੁਣ ਆਪਾਂ ਮਿਲਦੇ ਹਾਂ ਆਪਣੇ ਨੈਕਸਟ ਲੈਕਚਰ ਦੇ ਵਿੱਚ। ਇਸ ਵਾਰੀ ਤੁਹਾਡਾ ਸੰਡੇ ਨੂੰ ਵੀ ਲੈਕਚਰ ਹੋਵੇ।